ਬੱਚਿਓ BA ਥਰਡ ਸਮੈਸਟਰ ਦੀ ਵਰਚੁਅਲ ਕਲਾਸ ਦੇ ਵਿੱਚ ਅੱਜ ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਸਵਾਗਤ ਹੈ। ਕੱਲ ਵਾਲੀ ਕਲਾਸ ਦੇ ਵਿੱਚ ਜਾਂ ਕੱਲ ਅਸੀਂ ਜਿਹੜਾ ਹੈ ਫੈਡਰਲ ਫੀਚਰਸ ਕੀਤੇ ਸੀਗੇ ਕਨਸਟੀਟਿਊਸ਼ਨ ਦੇ, ਤੇ ਅੱਜ ਅਸੀਂ ਜਿਹੜਾ ਹੈ ਯੂਨਿਟਰੀ ਫੀਚਰਸ ਜਿਹੜੇ ਹੈਗੇ ਉਹ ਡਿਸਕਸ ਕਰਾਂਗੇ। ਕੱਲ ਅਸੀਂ ਸੰਵਿਧਾਨਕ ਵਿਸ਼ੇਸ਼ਤਾਵਾਂ ਕੀਤੀਆਂ ਸੀ ਭਾਰਤ ਦੇ ਸੰਵਿਧਾਨ ਦੀਆਂ, ਤੇ ਅੱਜ ਜਿਹੜਾ ਹੈਗਾ ਅਸੀਂ ਇਕਾਤਮਕ ਜਿਹੜੀਆਂ ਵਿਸ਼ੇਸ਼ਤਾਵਾਂ ਉਹਨਾਂ ਉੱਤੇ ਜਿਹੜੀ ਹੈ ਚਰਚਾ ਕਰਾਂਗੇ। ਸੋ ਇੱਕ ਤੁਹਾਡੇ ਜਿਹੜਾ ਹੈਗਾ ਕੁਐਸਚਨ ਬਣਦਾ ਹੈਗਾ ਕਿ ਭਾਰਤ ਦਾ ਸੰਵਿਧਾਨ ਸੰਘਾਤਮਕ ਹੈ ਜਾਂ ਇਕਾਤਮਕ ਹੈ। ਇਸ ਵਿਸ਼ੇ ਨੂੰ ਮੁੱਖ ਰੱਖਦਿਆਂ ਹੋਇਆਂ ਜਾਂ ਇਸ ਕਥਨ ਨੂੰ ਮੁੱਖ ਰੱਖਦਿਆਂ ਹੋਇਆਂ ਭਾਰਤ ਦੇ ਸੰਵਿਧਾਨ ਉੱਤੇ ਚਰਚਾ ਕਰੋ। ਸੋ ਇਹ ਮੇਨ ਕੁਐਸਚਨ ਜਿਹੜਾ ਹੈਗਾ ਤੁਹਾਡਾ ਬਣਦਾ ਹੈ। ਸੋ ਮੈਂ ਤੁਹਾਡੇ ਨਾਲ ਇੱਥੇ ਇੱਕ PPT ਜਿਹੜੀ ਹੈ ਉਹ ਸ਼ੇਅਰ ਕਰਨ ਲੱਗਾ ਹੈਗਾ। ਗੱਲ ਕਰ ਰਹੇ ਸੀ ਕਿ ਕੱਲ ਅਸੀਂ ਜਿਹੜੀਆਂ ਫੈਡਰਲ ਫੀਚਰਸ ਸੀਗੀਆਂ ਕਨਸਟੀਟਿਊਸ਼ਨ ਦੀਆਂ ਡਿਸਕਸ ਕੀਤੀਆਂ ਸੀ, ਤੇ ਅੱਜ ਅਸੀਂ ਯੂਨਿਟਰੀ ਫੀਚਰਸ ਡਿਸਕਸ ਕਰਾਂਗੇ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਕ ਕੁਐਸਚਨ ਬਣਦਾ ਹੈਗਾ ਸਾਡੇ ਸਿਲੇਬਸ ਦੇ ਵਿੱਚ, ਉਹ ਹੈਗਾ ਕਿ ਭਾਰਤ ਦਾ ਸੰਵਿਧਾਨ ਇਕਾਤਮਕ ਹੈ ਜਾਂ ਸੰਘਾਤਮਕ ਹੈ। ਇਸ ਕਥਨ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਉੱਤੇ ਚਰਚਾ ਜਿਹੜੀ ਹੈ ਉਹ ਕਰੋ। ਮੈਂ ਤੁਹਾਨੂੰ ਕੁਐਸਚਨ ਹੁਣ ਜਿਹੜਾ ਹੈਗਾ ਲਿਖਾਉਣ ਲੱਗਾ ਹੈ। ਇੱਕ ਮਿੰਟ। ठीक है जी, लिखो क्वेश्चन लिखो। इंडियन कॉन्स्टिट्यूशन इज फेडरल इन स्ट्रक्चर बट यूनिटरी इन स्पिरिट। डिस्कस। भारत का संविधान स्पिरिट विच संघात्मक है पर ढांचे विच एकात्मक है। इस कथन की व्याख्या करो या इस कथन को मुख रखदिया होया इसकी व्याख्या करो। ठीक है जी। ਹੁਣ ਪਹਿਲੇ ਆਪਾਂ ਯੂਨਿਟਰੀ ਫੀਚਰਸ ਜਿਹੜੀਆਂ ਆ ਉਹਨੂੰ ਜਿਹੜਾ ਹੈਗਾ ਡਿਸਕਸ ਜਿਹੜਾ ਕਰਾਂਗੇ। ਹੁਣ ਜਿਹੜਾ ਯੂਨਿਟਰੀ ਸਿਸਟਮ ਹੁੰਦਾ ਹੈ ਉਹਦੇ ਵਿੱਚ ਯੂਨਿਟ ਕਿਹਨੂੰ ਕਹਿੰਦੇ ਆ, ਯੂਨਿਟਰੀ ਸਿਸਟਮ ਕਿਹਨੂੰ ਕਹਿੰਦੇ ਆ। ਯੂਨਿਟਰੀ ਸਿਸਟਮ ਇਹੋ ਜਿਹਾ ਸਿਸਟਮ ਹੁੰਦਾ ਹੈ ਜਿਹਦੇ ਵਿੱਚ ਸਾਰੀਆਂ ਸ਼ਕਤੀਆਂ ਜਿਹੜੀਆਂ ਹੈ ਕੇਂਦਰੀ ਸਰਕਾਰ ਦੇ ਹੱਥ ਵਿੱਚ ਕੇਂਦਰਿਤ ਹੁੰਦੀਆਂ। ਜਿਹੜੀ ਸੈਂਟਰਲ ਗਵਰਨਮੈਂਟ ਹੁੰਦੀ ਹੈ ਬਹੁਤ ਜ਼ਿਆਦਾ ਸਟਰੋਂਗ ਹੁੰਦੀ ਹੈ। ਫਿਰ ਉਸਦੇ ਵਿੱਚ ਜਿਹੜਾ ਹੈ ਇੱਕੋ ਹੀ ਸੰਵਿਧਾਨ ਹੁੰਦਾ। ਜਿੱਦਾਂ ਭਾਰਤ ਦੀ ਆਪਾਂ ਗੱਲ ਕਰੀਏ, ਜਿੱਦਾਂ ਕੈਨੇਡਾ ਦੀ ਗੱਲ ਕਰੀਏ, ਜਿੱਦਾਂ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ, ਇਹ ਜਿਹੜੇ ਸਾਰੇ ਦੇਸ਼ ਹੈਗੇ ਆ ਇਹਨਾਂ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਸਟਰੋਂਗ ਸੈਂਟਰ ਹੈ। ਠੀਕ ਹੈ ਜੀ। ਔਰ ਸਿੰਗਲ ਕਨਸਟੀਟਿਊਸ਼ਨ ਹੈ, ਫਲੈਕਸੀਬਿਲਿਟੀ ਹੈ ਕਨਸਟੀਟਿਊਸ਼ਨ ਦੇ ਵਿੱਚ। ਹੁਣ ਭਾਰਤ ਔਰ ਬਾਕੀ ਦੇ ਫਲੈਕਸੀਬਿਲਿਟੀ ਦਾ ਮਤਲਬ ਹੁੰਦਾ ਹੈ ਕਿ ਸਮੇਂ ਅਤੇ ਪਰਿਸਥਿਤੀਆਂ ਅਨੁਸਾਰ ਜਦੋਂ ਸੰਵਿਧਾਨ ਦੇ ਵਿੱਚ ਮਨਚਾਹੇ ਰੂਪ ਦੇ ਵਿੱਚ ਸੋਧ ਕੀਤੀ ਜਾ ਸਕੇ ਜਾਂ ਸੰਸ਼ੋਧਨ ਕੀਤਾ ਜਾ ਸਕੇ, ਇਹੋ ਜਿਹੀ ਫਲੈਕਸੀਬਿਲਿਟੀ ਹੁੰਦੀ ਹੈ। ਪਰ ਇੰਡੀਆ ਦਾ ਕਨਸਟੀਟਿਊਸ਼ਨ ਹੈ ਉਹ ਰਿਜਿਡ ਵੀ ਹੈ ਤੇ ਫਲੈਕਸੀਬਲ ਵੀ। ਠੀਕ ਹੈ, ਫਲੈਕਸੀਬਲ ਹੈ, ਮੋਰ ਫਲੈਕਸੀਬਲ ਹੈ। ਠੀਕ ਹੈ, ਕਿ ਉਹਦਾ ਸੂਚਕ ਇਹ ਹੈ ਕਿ ਹੁਣ ਤੱਕ ਹਲੇ ਸਾਡੇ ਸੰਵਿਧਾਨ ਦੇ ਵਿੱਚ 125 ਜਿਹੜੇ ਹੈ ਸੰਵਿਧਾਨਕ ਸੰਸ਼ੋਧਨ ਜਿਹੜੇ ਹੈ ਉਹ ਹੋ ਚੁੱਕੇ। ਹੁਣ ਜਿਹੜਾ ਇਹਦੇ ਵਿੱਚ ਪਹਿਲੀ ਵਿਸ਼ੇਸ਼ਤਾ ਇਹ ਹੈ ਸਟਰੋਂਗ ਸੈਂਟਰ। ਇੰਡੀਅਨ ਕਨਸਟੀਟਿਊਸ਼ਨ ਪ੍ਰੋਵਾਈਡਸ ਫॉर ਵੈਰੀ ਸਟਰੋਂਗ ਸੈਂਟਰ ਇਜ਼ ਦ ਫੀਚਰ ਆਫ ਯੂਨਿਟਰੀ ਗਵਰਨਮੈਂਟ। ਫਿਰ ਸਿੰਗਲ ਕਨਸਟੀਟਿਊਸ਼ਨ ਹੈ, ਇੱਕੋ ਹੀ ਕੇਂਦਰੀ ਜਿਹੜਾ ਹੈ ਕਨਸਟੀਟਿਊਸ਼ਨ ਹੈਗਾ। ਸਿੰਗਲ ਕਨਸਟੀਟਿਊਸ਼ਨ ਫॉर यूनियन एंड स्टेट्स अनलाइक अदर फेडरेशन ऑफ द वर्ल्ड states in India have not been given right to make or unmake the constitution. ਸੋ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਫਲੈਕਸੀਬਿਲਿਟੀ ਹੁੰਦੀ ਹੈ ਕਨਸਟੀਟਿਊਸ਼ਨ ਦੇ ਵਿੱਚ। ਕਨਸਟੀਟਿਊਸ਼ਨ ਜਿਹੜਾ ਹੈਗਾ ਜ਼ਿਆਦਾ ਜਿਹੜਾ ਹੈਗਾ ਫਲੈਕਸੀਬਲ ਹੁੰਦਾ ਹੈ, ਮੋਰ ਫਲੈਕਸੀਬਲ ਹੁੰਦਾ ਹੈ। ਠੀਕ ਹੈ ਜੀ। ਅਗਲੀ ਵਿਸ਼ੇਸ਼ਤਾ ਇਹਦੀ ਅਸੀਂ ਚਰਚਾ ਕਰਦੇ ਹਾਂ, ਸਿੰਗਲ ਸਿਟੀਜ਼ਨशिप। मतलब
ਜਿਹੜੀ ਯੂਨਿਟਰੀ ਗਵਰਨਮੈਂਟ ਹੁੰਦੀ ਹੈ ਉਹਦੇ ਵਿੱਚ ਇੱਕ ਹਾਰੀ ਨਾਗਰਿਕਤਾ ਜਾਂ ਸਿੰਗਲ ਸਿਟੀਜ਼ਨਸ਼ਿਪ ਦਾ ਪ੍ਰਾਵਧਾਨ ਹੁੰਦਾ। ਯੂਜੂਅਲੀ ਅਦਰ ਫੈਡਰੇਸ਼ਨ देयर इज अ प्रोविजन फॉर डबल सिटीजनशिप। ਹੁਣ ਜਿਹੜੇ ਟਰੂ ਫੈਡਰੇਸ਼ਨ ਹੁੰਦੀ ਹੈ ਜਿੱਦਾਂ ਅਮਰੀਕਾ ਇਜ਼ ਅ ਟਰੂ ਫੈਡਰੇਸ਼ਨ, ਕਿਉਂਕਿ ਉੱਥੇ ਜਿਹੜੇ ਰਾਜ ਹੈਗੇ ਆ ਪ੍ਰਾਂਤ ਹੈਗੇ ਉਹਨਾਂ ਦੇ ਆਪਣੇ ਸੰਵਿਧਾਨ ਵੀ ਹੈਗੇ ਆ। ਉੱਥੇ ਦਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਜ਼ਿਆਦਾ ਰਿਜਿਡ ਹੈ। ਉੱਥੇ ਫਿਰ ਜਿਹੜਾ ਹੈ ਨਾਗਰਿਕਤਾ ਦੀ ਅਗਰ ਜੇ ਗੱਲ ਕਰੀਏ ਉਹ ਡਬਲ ਸਿਟੀਜ਼ਨਸ਼ਿਪ ਹੈ। ਜਿਹੜੀ ਸਟੇਟ ਦੇ ਵਿੱਚ ਰਹਿੰਦੇ ਹੋ ਤੁਸੀਂ ਉਹ ਸਟੇਟ ਦੇ ਵਿੱਚ ਜਿਹੜਾ ਹੈਗਾ ਜਿਹੜੀ ਹੈ ਉਹ ਸਟੇਟ ਦੀ ਨਾਗਰਿਕਤਾ ਵੀ ਮਿਲਦੀ ਹੈ ਤੇ ਦੂਸਰੀ ਸਟੇਟ ਦੀ ਨਾਗਰਿਕਤਾ ਵੀ ਸਾਨੂੰ ਜਿਹੜੀ ਹੈ ਉਹ ਮਿਲਦੀ। ਠੀਕ ਹੈ ਜੀ, ਮਤਲਬ ਦੇਸ਼ ਦੀ ਨਾਗਰਿਕਤਾ ਵੀ ਮਿਲਦੀ ਹੈ। ਸੋ ਡਬਲ ਸਿਟੀਜ਼ਨਸ਼ਿਪ ਹੈ। ਫਿਰ ਜਿਹੜੀ ਯੂਨਿਟਰੀ ਗਵਰਨਮੈਂਟ ਹੁੰਦੀ ਹੈ ਇਨਇਕੁਐਲਿਟੀ ਆਫ ਰਿਪਰੈਜ਼ੈਂਟੇਸ਼ਨ ਹੁੰਦੀ ਹੈ। The Constitution also deviates from the traditional principle of providing equal representation to states in upper houses of parliament। ਹੁਣ ਜਿਹੜੀ ਸੰਘਾਤਮਕ ਢਾਂਚਾ ਹੁੰਦਾ ਹੈ ਉਹਦੇ ਵਿੱਚ ਹੁਣ ਜਿੱਦਾਂ ਅਮਰੀਕਾ ਦੀ ਅਸੀਂ ਗੱਲ ਕਰੀਏ, ਅਮਰੀਕਾ ਦੇ ਵਿੱਚ ਜਿਹੜਾ ਉੱਪਰਲਾ ਸਦਨ ਹੈ ਸੈਨੇਟ, ਉਹਦੇ ਵਿੱਚ ਇਕੁਅਲ ਰਿਪਰੈਜ਼ੈਂਟੇਸ਼ਨ ਦਿੱਤੀ ਗਈ, ਚਾਹੇ ਕੋਈ ਸਟੇਟ ਵੱਡੀ ਹੈ ਚਾਹੇ ਕੋਈ ਸਟੇਟ ਛੋਟੀ ਹੈ। ਅਮਰੀਕਾ ਦੇ ਵਿੱਚ ਜਿਹੜੇ ਹੈਗੇ ਆ 50 ਸਟੇਟਾਂ ਹੈ ਇਸ ਵੇਲੇ। ਸੋ 50 ਸਟੇਟਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਅਮਰੀਕਾ ਦੇ ਵਿੱਚ ਤੇ ਹਰ ਸਟੇਟ ਦੇ ਵਿੱਚੋਂ 2 ਸਦस्य ਚੁਣੇ ਜਾਂਦੇ। ਇਸ ਤਰ੍ਹਾਂ ਸੈਨੇਟ ਦੀ ਜਿਹੜੀ ਟੋਟਲ ਸੰਖਿਆ ਹੈਗੀ ਹੈ ਉਹ 100 ਹੈ। ਅਗਰ ਅਸੀਂ ਰਾਜ ਸਭਾ ਦੀ ਗੱਲ ਕਰੀਏ, ਰਾਜ ਸਭਾ ਦੇ ਵਿੱਚ ਜਿਹੜੀ ਪ੍ਰਪੋਰਸ਼ਨੇਟ ਜਿਹੜੀ ਹੈਗੀ ਹੈ ਅਕੋਰਡਿੰਗ ਟੂ ਜਿਹੜੀ ਪਾਪੂਲੇਸ਼ਨ ਹੈ ਉਹ ਜਨਸੰਖਿਆ ਦੇ ਆਧਾਰ ਤੇ ਅਗਰ ਕੋਈ ਵੱਡੀ ਸਟੇਟ ਹੈ ਉਹਦੇ ਚ ਜ਼ਿਆਦਾ ਸਦस्य ਰਾਜ ਸਭਾ ਚ ਆਉਂਦੇ ਹੈ। ਅਗਰ ਕੋਈ ਛੋਟੀ ਸਟੇਟ ਹੈ ਉਹਦੇ ਵਿੱਚੋਂ ਘੱਟ ਜਿਹੜੇ ਸਦस्य ਹੈ ਉਹ ਸੰਸਦ ਦੇ ਵਿੱਚ ਆਉਂਦੇ ਆ, ਰਾਜ ਸਭਾ ਚ ਆਉਂਦੇ ਆ। ਸੋ ਇੱਕ ਜਿਹੜਾ ਵਿਸ਼ੇਸ਼ਤਾ ਇਹ ਵੀ ਹੈ ਕਿ ਇਨਇਕੁਐਲਿਟੀ ਹੁੰਦੀ ਹੈ ਜਿਹੜੀ ਹੈ ਰਿਪਰੈਜ਼ੈਂਟੇਸ਼ਨ ਦੇ ਵਿੱਚ। ਅਗਲੀ ਹੈ ਐਗਜ਼ਿਸਟੈਂਸ ਆਫ ਯੂਨੀਅਨ ਟੈਰੀਟਰੀਜ਼। Union territories are directly governed by central government and do not enjoy any independent powers or autonomy। मतलब कि ਜਿਹੜੀਆਂ ਯੂਨੀਅਨ ਟੈਰੀਟਰੀਜ਼ ਹੈ ਦੋ ਤਰ੍ਹਾਂ ਦੀ ਵਿਵਸਥਾ ਹੈ ਭਾਰਤ ਦੇ ਵਿੱਚ। ਇਸ ਭਾਰਤ ਦੇ ਵਿੱਚ ਜਿਹੜੇ ਆ ਆਲਮੋਸਟ 29 ਜਿਹੜੀਆਂ 29 ਰਾਜ ਨੇ ਔਰ ਲਗਭਗ 6 ਜਿਹੜੀਆਂ ਯੂਨੀਅਨ ਟੈਰੀਟਰੀਜ਼ ਹੈਗੀਆਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈ। ਔਰ ਜਿਹੜੇ ਕੇਂਦਰੀ ਸ਼ਾਸਿਤ ਪ੍ਰਦੇਸ਼ ਹੈ ਉਹ ਸੈਂਟਰ ਦੁਆਰਾ ਡਾਇਰੈਕਟਲੀ ਜਿਹੜਾ ਹੈ ਉਹਨਾਂ ਦੇ ਉੱਤੇ ਰੂਲ ਕੀਤਾ ਜਾਂਦਾ ਹੈ। ਬਾਕੀ ਜਿਹੜੇ ਰਾਜ ਹੈਗੇ ਆ ਪ੍ਰਾਂਤ ਹੈਗੇ ਆ ਉਹਨਾਂ ਨੂੰ ਨਾ ਤਾਂ ਵਿੱਤੀ ਨਾ ਹੀ ਆਰਥਿਕ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਜਿਹੜੀ ਆ ਉਹ ਦਿੱਤੀ ਗਈ ਹੈ। ਐਮਰਜੈਂਸੀ ਪ੍ਰੋਵੀਜ਼ਨਸ ਭਾਰਤ ਦੇ ਸੰਵਿਧਾਨ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਧਾਰਾ 352 356 ਤੇ 360 ਦੇ ਅਧੀਨ ਭਾਰਤ ਦਾ ਰਾਸ਼ਟਰਪਤੀ ਜਿਹੜਾ ਹੈ 3 ਤਰ੍ਹਾਂ ਦੇ ਆਪਾਤਕਾਲ ਦੀ ਜਿਹੜਾ ਘੋਸ਼ਣਾ ਕਰ ਸਕਦਾ ਹੈ। ਇਸ ਦੇ ਇਹ ਵੀ ਜਿਹੜੀ ਸ਼ਕਤੀ ਹੈਗੀ ਹੈ ਕੇਂਦਰੀ ਸਰਕਾਰ ਦੀ ਉਸ ਨੂੰ ਹੋਰ ਜ਼ਿਆਦਾ ਜਿਹੜਾ ਹੈ ਉਹ ਅਥਾਰਟੇਰੀਅਨ ਬਣਾਉਂਦੀ ਹੈ। ਹੋਰ ਜ਼ਿਆਦਾ ਜਿਹੜਾ ਹੈ ਉਸ ਨੂੰ ਜਿਹੜਾ ਹੈ ਸੀਰੀਅਲ ਜਿਹੜਾ ਹੈ ਫੈਡਰਲ ਜਿਹੜਾ ਕਰੈਕਟਰ ਹੈ ਇੰਡੀਅਨ ਪੋਲਿਟੀ ਦਾ ਉਹਨੂੰ ਠੇਸ ਪਹੁੰਚਾਉਂਦੀ। ਸੋ ਐਮਰਜੈਂਸੀ ਪ੍ਰੋਵੀਜ਼ਨ ਨੈਸ਼ਨਲ ਐਮਰਜੈਂਸੀ ਲੱਗਦੀ 356 ਦੇ ਅਧੀਨ। ਫਿਰ ਅਗਰ ਅਸੀਂ ਸੰਵਿਧਾਨਿਕ ਆਪਾਤਕਾਲ ਦੀ ਗੱਲ ਕਰੀਏ 356 ਦੇ ਅਧੀਨ ਲਗਾਇਆ ਜਾਂਦਾ ਹੈ। ਜੇ ਅਸੀਂ 360 ਦੀ ਗੱਲ ਕਰੀਏ ਉਹਦੇ ਅਧੀਨ ਜਿਹੜਾ ਹੈ ਕੇਂਦਰੀ ਸਰਕਾਰ ਜਾਂ ਰਾਸ਼ਟਰਪਤੀ ਜਾਂ ਦੋਨਾਂ ਸਦਨਾਂ ਦੀ ਮਨਜ਼ੂਰੀ ਦੇ ਨਾਲ ਜਿਹੜਾ ਵਿੱਤੀ ਆਪਾਤਕਾਲ ਦੀ ਘੋਸ਼ਣਾ ਰਾਸ਼ਟਰਪਤੀ ਜਿਹੜਾ ਉਹ ਕਰ ਸਕਦਾ। ਸੋ ਇਹ ਫੈਡਰਲ ਪਾਰਟੀ ਨੂੰ ਜਿਹੜਾ ਚੈਲੰਜ ਕਰਦੇ ਆ ਔਰ ਸੈਂਟਰ ਨੂੰ ਹੋਰ ਜ਼ਿਆਦਾ ਜਿਹੜਾ ਹੈ ਸ਼ਕਤੀਸ਼ਾਲੀ ਜਾਂ ਜਿਹੜਾ ਹੈ ਸਟਰੋਂਗ ਜਿਹੜਾ ਹੈ ਉਹ ਬਣਾਉਂਦਾ। ਫਿਰ ਅਪਾਇੰਟਮੈਂਟ ਆਫ ਦ ਗਵਰਨਰ ਬਾਈ ਦ ਪ੍ਰੈਜ਼ੀਡੈਂਟ। The provision regarding the appointment of governor of the states by the president is also clear violation of federal principle। ਫੈਡਰਲ ਪ੍ਰਿੰਸੀਪਲ ਉਹ ਕਹਿੰਦਾ ਕਿ ਜਿਹੜੀ ਅਪਾਇੰਟਮੈਂਟ ਹੁੰਦੀ ਗਵਰਨਰ ਜਿਹੜਾ ਹੈ ਸਟੇਟ ਦੇ ਵਿੱਚ ਹੈਡ ਆਫ ਪ੍ਰਾਂਤੀ ਪੱਧਰ ਉੱਤੇ ਹੈਡ ਹੈ। ਸੋ ਉਹਦੀ ਅਪਾਇੰਟਮੈਂਟ ਵੀ ਕੇਂਦਰੀ ਸਰਕਾਰ ਕਰਦੀ ਹੈ। ਉਹਦੀ ਅਪਾਇੰਟਮੈਂਟ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਕਿਹਦੇ ਕਹਿਣ ਦੇ? ਮੰਤਰੀ ਮੰਡਲ ਦੇ ਕਹਿਣ ਦੇ ਉੱਤੇ। ਸੋ ਉਹ ਵੀ ਜਿਹੜਾ ਹੈ ਇੱਕ ਫੈਡਰਲ ਕਰੈਕਟਰ ਜਦੋਂ ਗੱਲ ਕਰਦੇ ਜਦ ਕਿ ਅਮਰੀਕਾ ਦੇ ਵਿੱਚ ਜਿਹੜੇ ਪ੍ਰਾਂਤਾਂ ਦੇ ਵਿੱਚ ਗਵਰਨਰ ਬਣਾਏ ਜਾਂਦੇ ਆ ਉਹ ਲੋਕਾਂ ਦੁਆਰਾ ਜਿਹੜਾ ਹੈ ਸਿੱਧੇ ਤਰੀਕੇ ਨਾਲ ਚੁਣੇ। ਸੋ ਫਿਰ ਸਿੰਗਲ ਯੂਨੀਫਾਈਡ ਜੁਡੀਸ਼ਰੀ ਦਾ ਜਿਹੜਾ ਪ੍ਰੋਵੀਜ਼ਨ ਹੈਗਾ। ਅਨਲਾਈਕ ਅਦਰ ਫੈਡਰੇਸ਼ਨ ਇੰਡੀਆ possesses a single unified judiciary with supreme court at its core। ਅਮਰੀਕਾ ਦੇ ਵਿੱਚ ਵੀ 3 स्तरीय ਵਿਵਸਥਾ ਹਾਈ ਕੋਰਟ ਸੁਪਰੀਮ ਕੋਰਟ ਤੇ ਜਿਹੜੇ ਲੋਅਰ ਕੋਰਟਸ ਦੀ ਵਿਵਸਥਾ ਜਿਹੜੀ ਹੈ ਕੀਤੀ ਗਈ ਹੈ। ਫਿਰ ਸੈਂਟਰਲਾਈਜ਼ਡ ਇਲੈਕਸ਼ਨ ਮਸ਼ੀਨਰੀ ਇੱਕੋ ਹੀ ਇਲੈਕਸ਼ਨ ਕਮਿਸ਼ਨ ਹੈਗਾ।
ਚਾਰਜ ਆਫ ਆਲ ਦੀ ਇਲੈਕਸ਼ਨ ਇਨ ਦ ਸੈਂਟਰ ਐਂਡ ਸਟੇਟ। ਜਦਕਿ ਜਿਹੜੇ ਸਟੇਟਸ ਹੋਣੀਆਂ ਚਾਹੀਦੀਆਂ ਉਹਨਾਂ ਦੇ ਆਪਣੇ ਪ੍ਰਾਂਤੀ ਪੱਧਰ ਉੱਤੇ ਇਲੈਕਸ਼ਨ ਕਮਿਸ਼ਨ ਹੋਣਾ ਚਾਹੀਦਾ, ਉਹਨਾਂ ਦਾ ਆਪਣਾ ਸਟਾਫ ਹੋਣਾ ਚਾਹੀਦਾ। ਸੋ ਨਾ ਇੰਡੀਆ ਦੇ ਵਿੱਚ ਇਲੈਕਸ਼ਨ ਕਮਿਸ਼ਨ ਸਿੰਗਲ ਹੈ, ਨਾ ਉਹਨਾਂ ਦਾ ਆਪਣਾ ਸਟਾਫ ਹੈ। ਟੀਚਰਸ ਦੀ ਜਾਂ ਹੋਰ ਜਿਹੜੇ ਡਿਪਾਰਟਮੈਂਟਸ ਦੇ ਵਿੱਚ ਕੰਮ ਕਰ ਰਹੇ ਲੋਕ ਹੁੰਦੇ, ਉਹਨਾਂ ਦੀ ਡਿਊਟੀ ਜਿਹੜੀ ਇਲੈਕਸ਼ਨ ਦੇ ਵਿੱਚ ਜਿਹੜੀ ਹੈ ਉਹ ਲਗਾਈ ਜਾਂਦੀ। ਠੀਕ ਹੈ ਜੀ, ਇਹ ਸੀਗੇ ਸਾਡੇ ਸੰਵਿਧਾਨ ਦੇ ਕੁਝ ਜਿਹੜੀਆਂ ਏਕਾਤਮਕ ਵਿਸ਼ੇਸ਼ਤਾਵਾਂ। ਅਗਰ ਹੁਣ ਤੁਹਾਨੂੰ ਇਹ ਕੁਐਸਚਨ ਆਉਂਦਾ ਹੈ, ਇੰਡੀਅਨ ਕਨਸਟੀਟਿਊਸ਼ਨ ਇਜ਼ ਫੈਡਰਲ ਸਪਿਰਿਟ ਬਟ ਯੂਨਿਟਰੀ ਸਟਰਕਚਰ, ਤਾਂ ਉਹਦਾ ਅਰਥ ਇਹ ਕੀ ਹੈ, ਉਹ ਉਸ ਕੁਐਸਚਨ ਦੇ ਵਿੱਚ ਇਹ ਤੁਸੀਂ ਕਿੱਦਾਂ ਉਹਨੂੰ ਸ਼ੁਰੂ ਕਰਨਾ, ਉਹਦੀ ਤੁਸੀਂ ਪਹਿਲੇ ਇੰਟਰੋਡਕਸ਼ਨ ਲਿਖਣੀ ਹੈ, ਉਹਦੀ ਤੁਸੀਂ ਜਿਹੜਾ ਹੈ ਪਹਿਲੇ ਭੂਮਿਕਾ ਦੇਣੀ ਹੈ। ਠੀਕ ਹੈ, ਕਿ ਸਾਡੇ ਸੰਵਿਧਾਨ ਦੇ ਵਿੱਚ ਦੋਨੋਂ ਤਰ੍ਹਾਂ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਜਿਹੜੀਆਂ ਹੈਗੀਆਂ ਉਹ ਪਾਈਆਂ ਜਾਂਦੀਆਂ। ਫੈਡਰਲ ਫੀਚਰਸ ਵੀ ਹੈ ਸਾਡੇ ਕਨਸਟੀਟਿਊਸ਼ਨ ਦੇ ਵਿੱਚ, ਸਾਡੇ ਕਨਸਟੀਟਿਊਸ਼ਨ ਦੇ ਵਿੱਚ ਜਿਹੜੀਆਂ ਆਪਣੇ ਯੂਨਿਟਰੀ ਫੀਚਰਸ ਵੀ ਹੈਗੇ, ਇਹ ਲਿਖ ਕੇ ਉਸ ਤੋਂ ਬਾਅਦ ਦੋਨਾਂ ਨੂੰ ਤੁਸੀਂ ਡਿਫਾਈਨ ਕਰਨਾ। मीनिंग ऑफ फेडरलिज्म या फेडरल, व्हाट इज फेडरलिज्म नहीं, व्हाट इज फेडरल स्ट्रक्चर। ठीक है, फिर मीनिंग ऑफ यूनिटरी स्ट्रक्चर, इन्हों डिफाइन करना है। उस तो बाद फिर पहले तुसी फेडरल फीचर्स लिखनी है, फिर जिहड़ा है तुसी यूनिटरी फीचर्स लिखनी है। यूनिटरी फीचर्स को लिखने तो बाद कंक्लूजन से तुसी ये कहना है कि जिहड़ी उपर लिखा जिहड़ा कथन है उस तो ये गल सिद्ध हुंदी है कि भावें भारत जिहड़ा हैगा वो फैडरल है स्पिरिट दे विच, पर स्ट्रक्चर च यूनिटरी है, पर साडे संविधान दे विच जिहड़ा है दोनों दे तरह दी व्यवस्थावां दा जिहड़ा है सुमेल देखण नूं जिहड़ा मिलदा है। और स्ट्रॉन्ग सेंटर इस करके रखा गया सी क्योंकि भारत दे विच अलग अलग भाषावां, अलग अलग वर्गां दे लोग रहिंदे है, अलग अलग जातां नूं बिलोंग करन वाले लोग रहिंदे है। सो भारत की एकता अते अखंडता बनाई रखी जा सके, ਤਾਂ ਹੀ ਭਾਰਤ ਦੇ ਸੰਵਿਧਾਨ ਨਿਰਮਾਤਾਵਾਂ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਇੱਦਾਂ ਦੀ ਵਿਵਸਥਾ ਦਾ ਜਿਹੜਾ ਹੈ ਉਹ ਪ੍ਰਵਧਾਨ ਕੀਤਾ। ਇਹਦੇ ਨਾਲ ਇਸ ਚੈਪਟਰ ਦਾ ਜਿਹੜਾ ਹੈ ਆਪਣੇ ਇਹ ਚੈਪਟਰ ਇਹਦੇ ਨਾਲ ਤੁਹਾਡਾ ਖਤਮ ਹੁੰਦਾ ਹੈ। ਹੁਣ ਲਾਸਟ ਚੈਪਟਰ ਫਸਟ ਯੂਨਿਟ ਦਾ ਅਸੀਂ ਸ਼ੁਰੂ ਕਰਾਂਗੇ ਸੈਂਟਰ ਸਟੇਟ ਰਿਲੇਸ਼ਨਸ, ਉਹ ਕੱਲ ਨੂੰ ਜਿਹੜਾ ਹੈ ਅਸੀਂ ਸ਼ੁਰੂ ਕਰਾਂਗੇ। ਸੋ ਇਹ ਚੈਪਟਰ ਅੱਜ ਖਤਮ ਹੋ ਗਿਆ ਹੈ ਤੇ ਕੱਲ ਨੂੰ ਤੁਹਾਡੀ ਇਹਦੇ ਉੱਤੇ ਲਾਈਵ ਕਲਾਸ ਲੱਗੂਗੀ 12 ਵਜੇ। ਕੱਲ ਨੂੰ ਲਾਈਵ ਕਲਾਸ ਤੁਹਾਡੀ 12 ਵਜੇ ਲੱਗੂਗੀ ਇਸ ਕੁਐਸਚਨ ਦੇ ਉੱਤੇ। ਸੋ ਆਪਣੇ ਜਿਹੜੇ ਹੈ ਇਹਨੂੰ ਚੰਗੀ ਤਰ੍ਹਾਂ ਪੜ੍ਹ ਲਿਓ, ਬੁੱਕਸ ਦੇ ਵਿੱਚੋਂ ਬੁੱਕਸ ਲੈ ਲਓ ਤੇ ਆਪਾਂ ਕੱਲ ਡਿਸਕਸ ਕਰਾਂਗੇ ਇਸ ਕੁਐਸਚਨ ਨੂੰ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ ਫॉर ਅਟੈਂਡਿੰਗ ਦਿਸ